ਇੰਟਰਟੇਨਮੈਂਟ ਸਾਡੇ ਚੈਨਲ ਦੀ ਇੰਟਰਟੇਨਮੈਂਟ ਹੈ ਲੜਕੀ ਹੈ ਜਿਹਨੂੰ ਫਸਲਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ ਕਿਉਂਕਿ ਉਹ ਹੋਰ ਕੁਝ ਕਵਰ ਕਰਦੀ ਹੈ। ਤਾਂ ਉਹਨੂੰ ਵੀ ਜਦੋਂ ਦਿਖਾਇਆ ਤਾਂ ਉਹ ਕਹਿੰਦੀ ਹੈ ਕਿ ਇਹ ਕਾਟਨ ਹੈ, ਇਹ ਫਸਲ ਹੁੰਦੀ ਹੈ ਕਾਟਨ। ਤੇ ਜਦੋਂ ਉਹਨੂੰ ਖੋਲ੍ਹ ਕੇ ਦਿਖਾਇਆ ਤਾਂ ਉਹਦਾ ਰੋਣਾ ਨਿਕਲ ਗਿਆ। ਕਹਿੰਦੀ ਮਤਲਬ ਇੰਨਾ ਬੁਰਾ ਹਾਲ ਹੈ ਕਿਸਾਨੀ ਦਾ। ਇਮੋਸ਼ਨਲ ਹੋ ਗਈ ਕੁੜੀ ਜਦੋਂ ਕੋਈ ਦੇਖ ਲੈਂਦਾ ਤਾਂ ਕਹਿੰਦਾ ਕਿ ਕਮਾਲ ਦੀ ਫਸਲ ਹੈ। ਇਹਨਾਂ ਦੀਆਂ ਹਰੀਆਂ ਭਰੀਆਂ ਖੇਤਾਂ ਨੂੰ ਦੇਖ ਕੇ ਲੋਕ ਕਹਿ ਦਿੰਦੇ ਵੀ ਜੱਟ ਪਤਾ ਨਹੀਂ, ਕਿਸਾਨ ਪਤਾ ਨਹੀਂ ਕਿੰਨਾ ਕੁ ਪੈਸਾ ਕਮਾਉਂਦੇ ਆ। ਨਰਮੇ ਦੇ ਬੂਟੇ ਵਿੱਚ ਇਹਨੂੰ ਟਿੰਡਾ ਕਹਿੰਦੇ ਆ। ਮੈਂ ਉਹਨਾਂ ਲਈ ਦੱਸਦਾ, ਜਿਹੜੇ ਕਿਸਾਨਾਂ ਨੂੰ ਕਹਿੰਦੇ ਆ ਕਿ ਕਿਸਾਨ ਬੜੇ ਸੌਖੇ ਆ ਜੀ। ਕਿਸਾਨਾਂ ਦੇ ਤਾਂ ਘਰਾਂ ਦੇ ਵਿੱਚ ਟਰੈਕਟਰ ਰੱਖੇ ਹੋਏ ਨੇ, ਕਿਸਾਨਾਂ ਦੇ ਪੁੱਤ ਐਸ਼ ਕਰਦੇ ਨੇ, ਇਹਨਾਂ ਦੇ ਕੁੜਤੇ ਪਜਾਮੇ ਪਾਏ ਹੁੰਦੇ ਆ, ਇਹਨਾਂ ਨੂੰ ਆਏ ਆ, ਇਹਨਾਂ ਨੂੰ ਉਹ, ਇਹਨਾਂ ਕੋਲ ਬਹੁਤ ਪੈਸਾ, ਇਹ ਜਾਣ ਬੁੱਝ ਕੇ ਤੰਗ ਆਪਦੇ ਆਪ ਨੂੰ ਤੰਗ ਕਰਦੇ ਆ, ਬਹੁਤ ਗੱਲਾਂ ਕਰਦੇ ਆ। ਆਜੋ ਦਿਖਾ ਦਿਆਂ ਤੁਹਾਨੂੰ ਅਸਲੀਅਤ ਕੀ ਹੈ। ਜਿਹੜਾ ਨਰਮੇ ਦਾ ਬੂਟਾ ਮੇਰੇ ਕੱਦ ਦਾ ਨਾ, ਇੱਥੋਂ ਤੱਕ ਲੈ ਕੇ ਆਉਣ ਵਾਸਤੇ ਪਤਾ ਕਿੰਨੇ ਵਾਰ ਗੋਡੀ ਹੋਈ ਹੈ ਇਸ ਨੂੰ। ਇੱਥੋਂ ਤੱਕ ਲੈ ਕੇ ਆਉਣ ਵਾਸਤੇ ਕਿੰਨੀਆਂ ਸਪਰੇਆਂ ਹੋਈਆਂ ਨੇ, ਇਹਨੂੰ ਇੱਥੋਂ ਤੱਕ ਲੈ ਕੇ ਆਉਣ ਵਾਸਤੇ ਕਿੰਨੀ ਮਿਹਨਤ ਲੱਗੀ ਹੈ। ਝੋਨੇ ਦੀ ਫਸਲ ਨੂੰ ਲੋਕ ਔਖਾ ਕਹਿ ਦਿੰਦੇ, ਪਰ ਜਿਨ੍ਹਾਂ ਨੇ ਨਰਮੇ ਬੀਜੇ ਨੇ, ਜਿਨ੍ਹਾਂ ਦੇ ਨਰਮੇ ਲੱਗੇ ਨੇ, ਉਹਨਾਂ ਨੂੰ ਪੁੱਛੋ ਵੀ ਨਰਮੇ ਦੀ ਫਸਲ ਨੂੰ ਐਡਾ ਬੂਟਾ ਕਰਨ ਵਾਸਤੇ ਕਿੰਨੀ ਮਿਹਨਤ ਲੱਗਦੀ ਹੈ। ਇਹ ਚੀਜ਼ਾਂ ਖੁਦਕੁਸ਼ੀ ਕਰਾਉਂਦੀਆਂ ਨੇ। ਇਹ ਚੀਜ਼ਾਂ ਨੇ ਜਿਹੜੇ ਇਸ ਬੂਟੇ ਨੂੰ ਪੁੱਤਾਂ ਨਾਲ ਪਾਲਿਆ, ਐਡਾ ਵੱਡਾ ਕੀਤਾ, ਤੇ ਜਦੋਂ ਇਹਦੇ ਤੋਂ ਕੁਝ ਫਾਇਦਾ ਲੈਣ ਦਾ ਸਮਾਂ ਆਇਆ ਤਾਂ ਉਦੋਂ ਇਹਨਾਂ ਸੁੰਡੀਆਂ ਦਾ ਰਾਜ ਹੋ ਗਿਆ। ਆ ਵਿੱਚ ਸੁੰਡੀਆਂ ਖੇਡ ਰਹੀਆਂ ਨੇ ਕਿਸਾਨ ਦੀ ਕਿਸਮਤ ਦੇ ਨਾਲ। ਕੋਈ ਵੀ ਇੱਕ ਵੀ ਜਿਹੜਾ ਫਸਲ ਦਾ ਇੱਕ ਵੀ ਟਿੰਡਾ ਜਿਹੜਾ ਉਹ ਐਸਾ ਨਹੀਂ ਹੈ, ਇੱਕ ਵੀ, ਚਾਹੇ 100 ਤੁਹਾਨੂੰ ਮੈਂ ਦਿਖਾ ਦਿਆਂ, ਇੱਕ ਵੀ ਐਸਾ ਨਹੀਂ ਹੈ ਜਿਹਦੇ ਵਿੱਚ ਸੁੰਡੀ ਨੇ ਕਰ ਨਹੀਂ ਕੀਤਾ। ਕਿਸਾਨ ਆਪਦੀ ਘਰ ਵਾਲੀ ਦੀ ਪਾਟੀ ਚੁੰਨੀ ਨੂੰ ਵੇਖ ਕੇ ਰੋਂਦਾ। ਉਹਦਾ ਦਿਲ ਕਰਦਾ ਕਿ ਐਤਕੀ ਪੱਕਾ ਤੈਨੂੰ ਨਵੀਂ ਚੁੰਨੀ ਲੈ ਦੇਣੀ ਹੈ, ਪਰ ਕੀ ਆਹ ਨਵੀਆਂ ਚੁੰਨੀਆਂ ਲੈਣ ਵਾਲੇ ਹੈਗੇ ਨੇ ਹਾਲਾਤ। ਉਹੀ ਚੁੰਨੀ ਨਾਲ ਫਿਰ ਕੱਟਣਾ ਪੈਣਾ, ਉਹੀ ਚੁੰਨੀਆਂ, ਪਾਟੀਆਂ ਚੁੰਨੀਆਂ ਮਾਲਵੇ ਦੇ ਵਿੱਚ ਫਿਰ ਰਹਿਣੀਆਂ। ਪਹਿਲਾਂ ਮਾਲਵੇ ਦੇ ਲੋਕਾਂ ਨੂੰ ਕੈਂਸਰ ਹੋਇਆ, ਹੁਣ ਧਰਤੀ ਨੂੰ ਕੈਂਸਰ ਹੋਇਆ। ਸਤਿ ਸ਼੍ਰੀ ਅਕਾਲ, ਮੈਂ ਗੁਰਪਾਲ ਸਿੰਘ ਬਰਾੜ, ਸਵਾਗਤ ਹੈ ਤੁਹਾਡਾ। ਅੱਜ ਅਸੀਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਖੜ੍ਹੇ ਹਾਂ। ਮੌੜ ਹਲਕਾ ਤਲਵੰਡੀ ਸਾਬੋ ਤੋਂ ਮੌੜ ਰੋਡ ਹੈ ਜਿਹੜਾ, ਉਸ ਰੋਡ 'ਤੇ ਖੜ੍ਹੇ ਹਾਂ। ਜਿਹੜੀ ਫਸਲ ਦੇ ਵਿੱਚ ਮੈਂ ਖੜ੍ਹਾ, ਜਿਨ੍ਹਾਂ ਨੂੰ ਫਸਲਾਂ ਬਾਰੇ ਨਹੀਂ ਜਾਣਕਾਰੀ, ਵੈਸੇ ਕਿਸਾਨਾਂ ਨੂੰ ਤਾਂ ਸਭ ਕੁਝ ਦਿਖਿਆ ਹੀ ਹੈ ਪਿਛਲੇ ਕਈ ਦਿਨਾਂ ਤੋਂ, ਜਿਨ੍ਹਾਂ ਨੂੰ ਨਹੀਂ ਜਾਣਕਾਰੀ ਉਹਨਾਂ ਵਾਸਤੇ ਦੱਸਦੇ ਹਾਂ ਕਿ ਇਹੋ ਜਿਹੀ ਫਸਲ, ਇਹ ਬੂਟਾ ਮੇਰੇ ਕੱਦ ਦਾ ਬੂਟਾ ਹੈ। ਜਦੋਂ ਕੋਈ ਦੇਖ ਲੈਂਦਾ ਤਾਂ ਕਹਿੰਦਾ ਕਿ ਕਮਾਲ ਦੀ ਫਸਲ ਹੈ। ਇਹਨਾਂ ਦੀਆਂ ਹਰੀਆਂ ਭਰੀਆਂ ਖੇਤਾਂ ਨੂੰ ਦੇਖ ਕੇ ਲੋਕ ਕਹਿ ਦਿੰਦੇ ਵੀ ਜੱਟ ਪਤਾ ਨਹੀਂ, ਕਿਸਾਨ ਪਤਾ ਨਹੀਂ ਕਿੰਨਾ ਕੁ ਪੈਸਾ ਕਮਾਉਂਦੇ ਆ। ਤੁਹਾਨੂੰ ਦਿਖਾ ਦਿੰਦੇ ਹਾਂ ਵੀ ਜਿਹੜਾ ਕਿਸਾਨੀ ਹੈ ਉਹ ਕਿਵੇਂ ਰੁਲ ਰਹੀ ਹੈ, ਅਤੇ ਜਿਹੜੀ ਕਿਸਾਨੀ ਸਾਡੀ ਸੜਕਾਂ 'ਤੇ ਤਾਂ ਰੁਲ ਹੀ ਰਹੀ ਹੈ। ਖੇਤਾਂ ਦੇ ਵਿੱਚ ਜਿਹੜੀ ਉਮੀਦ ਲਾ ਕੇ ਉਹ ਗਏ ਹੈ ਕਿ ਚਲੋ ਖੇਤਾਂ ਦੇ ਵਿੱਚ ਸਾਡਾ ਫਸਲ ਪਲ ਰਹੀ ਹੈ, ਉਹਦੇ 'ਤੇ ਵੀ ਕੁਦਰਤ ਦਾ ਕਹਿਰ ਹੈ। ਇੱਕ ਮਿੰਟ ਜ਼ਰਾ ਤੁਹਾਨੂੰ ਦੱਸ ਦਿਆਂ ਕਿ ਨਰਮੇ ਦਾ ਬੂਟਾ ਹੈ। ਨਰਮੇ ਦੇ ਬੂਟੇ ਵਿੱਚ ਇਹਨੂੰ ਟਿੰਡਾ ਕਹਿੰਦੇ ਆ। ਮੈਂ ਉਹਨਾਂ ਲਈ ਦੱਸਦਾ, ਜਿਹੜੇ ਕਿਸਾਨਾਂ ਨੂੰ ਕਹਿੰਦੇ ਆ ਕਿ ਕਿਸਾਨ ਬੜੇ ਸੌਖੇ ਆ ਜੀ। ਕਿਸਾਨਾਂ ਦੇ ਤਾਂ ਘਰਾਂ ਦੇ ਵਿੱਚ ਟਰੈਕਟਰ ਰੱਖੇ ਹੋਏ ਨੇ, ਕਿਸਾਨਾਂ ਦੇ ਪੁੱਤ ਐਸ਼ ਕਰਦੇ ਨੇ, ਇਹਨਾਂ ਦੇ ਕੁੜਤੇ ਪਜਾਮੇ ਪਾਏ ਹੁੰਦੇ ਆ, ਇਹਨਾਂ ਨੂੰ ਆਏ ਆ, ਇਹਨਾਂ ਨੂੰ ਉਹ, ਇਹਨਾਂ ਕੋਲ ਬਹੁਤ ਪੈਸਾ, ਇਹ ਜਾਣ ਬੁੱਝ ਕੇ ਤੰਗ ਆਪਦੇ ਆਪ ਨੂੰ ਤੰਗ ਕਰਦੇ ਆ, ਬਹੁਤ ਗੱਲਾਂ ਕਰਦੇ ਆ। ਆਜੋ ਦਿਖਾ ਦਿਆਂ ਤੁਹਾਨੂੰ ਅਸਲੀਅਤ ਕੀ ਹੈ। ਆਹ ਜਿਹੜਾ ਨਰਮੇ ਦਾ ਬੂਟਾ ਮੇਰੇ ਕੱਦ ਦਾ ਨਾ, ਇਹਨੂੰ ਇੱਥੋਂ ਤੱਕ ਲੈ ਕੇ ਆਉਣ ਵਾਸਤੇ ਪਤਾ ਕਿੰਨੇ ਵਾਰ ਗੋਡੀ ਹੋਈ ਹੈ ਇਸ ਨੂੰ। ਇੱਥੋਂ ਤੱਕ ਲੈ ਕੇ ਆਉਣ ਵਾਸਤੇ ਕਿੰਨੀਆਂ ਸਪਰੇਆਂ ਹੋਈਆਂ ਨੇ, ਇਹਨੂੰ ਇੱਥੋਂ ਤੱਕ ਲੈ ਕੇ ਆਉਣ ਵਾਸਤੇ ਕਿੰਨੀ ਮਿਹਨਤ ਲੱਗੀ ਹੈ। ਝੋਨੇ ਦੀ ਫਸਲ ਨੂੰ ਲੋਕ ਔਖਾ ਕਹਿ ਦਿੰਦੇ, ਪਰ ਜਿਨ੍ਹਾਂ ਨੇ ਨਰਮੇ ਬੀਜੇ ਨੇ, ਜਿਨ੍ਹਾਂ ਦੇ ਨਰਮੇ ਲੱਗੇ ਨੇ, ਉਹਨਾਂ ਨੂੰ ਪੁੱਛੋ ਵੀ ਨਰਮੇ ਦੀ ਫਸਲ ਨੂੰ ਐਡਾ ਬੂਟਾ ਕਰਨ ਵਾਸਤੇ ਕਿੰਨੀ ਮਿਹਨਤ ਲੱਗਦੀ ਹੈ। ਸਾਰਾ ਜੇ ਕਹਿ ਦਿਓ ਵੀ ਆਪਣੇ ਪਤਾ ਨਹੀਂ ਕਿੰਨੇ ਕੁ ਵਿਆਹ ਛੱਡਣੇ ਘਰਦਿਆਂ ਦੇ, ਕਿੰਨੇ ਘਰਦਿਆਂ ਦੀ ਜ਼ਰੂਰੀ ਕਾਰਜ ਛੱਡ ਕੇ ਰਾਤਾਂ ਨੂੰ, ਦੁਪਹਿਰਿਆਂ ਨੂੰ, ਕਿੰਨੇ ਕੁ ਜਗ੍ਹਾ 'ਤੇ ਆਪਣੇ ਬੱਚਿਆਂ ਦੇ ਸੁਪਨੇ ਵਿੱਚ ਛੱਡ ਕੇ ਕਿਸਾਨ ਇਹਨਾਂ ਨਰਮੇ ਦੀ ਫਸਲ ਵਾਸਤੇ ਨੂੰ
ਵੱਡੀ ਕਰਨ ਵਾਸਤੇ, ਇਹਨੂੰ ਪਾਲਣ ਵਾਸਤੇ ਆਉਂਦਾ। ਤੇ ਆ ਦੇਖੋ ਇਸ ਬੂਟੇ ਦੇ ਉੱਤੇ ਜਿਹੜੀ ਫਸਲ ਦੀ ਉਤਪਤੀ ਹੁੰਦੀ ਹੈ, ਟਿੰਡੇ ਇਹਨੂੰ ਕਹਿੰਦੇ ਆ, ਇਹ ਕਿੰਨੇ ਲੱਗੇ ਨੇ। ਦੇਖ ਕੇ ਤਾਂ ਬੜਾ ਮਨ ਖੁਸ਼ ਹੁੰਦਾ ਵੀ ਇਹ ਟਿੰਡੇ ਨੇ, ਕੱਲ ਨੂੰ ਖਿੜ ਜਾਣਗੇ ਔਰ ਖਿੜ ਕੇ ਨਰਮਾ ਦੇਣਗੇ। ਨਰਮਾ ਮਤਲਬ ਜਿਹਨੂੰ ਅਸੀਂ ਰੂੰ ਕਹਿੰਦੇ ਹਾਂ, ਜਿਹਨੂੰ ਅਸੀਂ ਕਾਟਨ ਕਹਿੰਦੇ ਹਾਂ। ਆ ਇੱਕ ਟਿੰਡਾ ਇਹਦਾ, ਤੁਹਾਨੂੰ ਮੈਂ ਖੋਲ੍ਹ ਕੇ ਦਿਖਾ ਦਿੰਦਾ ਵੀ ਇਸ ਟਾਈਮ ਸਾਡੇ ਕਿਸਾਨ ਦੀ ਫਸਲ ਦਾ ਕੀ ਹਾਲ ਹੈ। ਬਿਲਕੁਲ ਮਾਲਵੇ ਦੇ ਗੜ੍ਹ ਦੇ ਵਿੱਚ ਬੈਠੇ ਆ। ਕੀ ਹਾਲ ਹੈ ਸਾਡੇ ਕਿਸਾਨ ਦਾ। ਕਿਸਾਨ ਕਿਉਂ ਰੋਂਦਾ? ਕਿਸਾਨ ਨੂੰ ਜ਼ਰੂਰਤ ਨਹੀਂ ਹੈ ਕੋਈ ਖੁਦਕੁਸ਼ੀ ਕਰਨ ਦੀ। ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਆਪਣੇ ਮਾਪਿਆਂ ਨੂੰ, ਆਪਣੇ ਬੱਚਿਆਂ ਨੂੰ ਰੋਂਦਿਆਂ ਨੂੰ ਛੱਡ ਕੇ। ਇਹ ਚੀਜ਼ਾਂ ਖੁਦਕੁਸ਼ੀ ਕਰਾਉਂਦੀਆਂ ਨੇ। ਇਹ ਚੀਜ਼ਾਂ ਨੇ ਜਿਹੜੇ ਇਸ ਬੂਟੇ ਨੂੰ ਪੁੱਤਾਂ ਨਾਲ ਪਾਲਿਆ, ਐਡਾ ਵੱਡਾ ਕੀਤਾ, ਤੇ ਜਦੋਂ ਇਹਦੇ ਤੋਂ ਕੁਛ ਫਾਇਦਾ ਲੈਣ ਦਾ ਸਮਾਂ ਆਇਆ ਤਾਂ ਉਦੋਂ ਇਹਨਾਂ ਸੁੰਡੀਆਂ ਦਾ ਰਾਜ ਹੋ ਗਿਆ। ਦੇਖੋ ਆਹ ਹਾਲਤ ਹੈ ਕਿਸਾਨ ਦੀ ਫਸਲ ਦੀ। ਕੋਈ ਇੱਕ ਨਹੀਂ, ਜਿੰਨੇ ਜਿਹੜਾ ਵੀ ਤੁਸੀਂ ਸੋਚੋ, ਜਿਹੜੇ ਵੀ ਬੂਟੇ ਤੋਂ ਜਿਹੜਾ ਵੀ ਟਿੰਡਾ, ਜਿਹੜੇ ਵੀ ਬੂਟੇ ਦੀ ਜਿਹੜੀ ਵੀ ਫਸਲ ਜਿਹੜੀ ਉਤਪਤੀ ਜਿਹ ਤੋਂ ਪੈਸਾ ਬਣਨਾ, ਕਿਤੋਂ ਵੀ ਤੋੜ ਕੇ ਦਿਖਾ ਦਿੰਦਾ। ਆਹ ਹਾਲਤ ਹੈ। ਆਹ ਵਿੱਚ ਸੁੰਡੀਆਂ ਖੇਡ ਰਹੀਆਂ ਨੇ ਕਿਸਾਨ ਦੀ ਕਿਸਮਤ ਦੇ ਨਾਲ। ਆਹ ਸੁੰਡੀ ਕਿਸਾਨ ਦੀ ਕਿਸਮਤ ਦੇ ਨਾਲ ਖੇਡ ਰਹੀ ਹੈ ਔਰ ਸਾਰੇ ਟਿੰਡਿਆਂ ਦੇ ਵਿੱਚ, ਸਾਰੀਆਂ ਫਸਲਾਂ ਦੇ ਵਿੱਚ ਇਹ ਖੇਡ ਰਹੀ ਹੈ। ਮਾਲਵਾ ਬੈਲਟ ਹੈ। ਇਹ ਜਗ੍ਹਾ ਐਸੀ ਹੈ ਕਿ ਇੱਥੇ ਝੋਨੇ ਦੀ ਫਸਲ ਵਾਸਤੇ ਪਾਣੀ ਦੀ ਕੋਈ ਬਹੁਤੀ ਜਿਹੜੇ ਸਹੂਲਤਾਂ ਨਹੀਂ ਹੈਗੀਆਂ, ਤਾਂ ਕਰਕੇ ਜਿਹੜਾ ਝੋਨੇ ਦੀ ਫਸਲ ਇੱਥੇ ਬਹੁਤ ਘੱਟ ਹੁੰਦੀ ਹੈ। ਇੱਥੇ ਨਰਮਾ ਲੋਕ ਲਾਉਂਦੇ ਨੇ ਕਿਉਂਕਿ ਨਰਮੇ ਨੂੰ ਪਾਣੀ ਦੀ ਲੋੜ ਬਹੁਤ ਘੱਟ ਹੁੰਦੀ ਹੈ। ਝੋਨਾ ਜੇ ਹੁੰਦਾ ਹੋਵੇ ਤਾਂ ਨਰਮਾ ਕਿਉਂ ਲਾਉਣ? ਨਰਮੇ 'ਤੇ ਬਹੁਤ ਜ਼ਿਆਦਾ, ਤੁਹਾਨੂੰ ਦੱਸ ਦਈਏ ਜਿਹਨਾਂ ਨੂੰ ਨਹੀਂ ਜਾਣਕਾਰੀ, ਕਿ ਨਰਮਾ ਜਿਹੜਾ ਇਹ ਫਸਲ ਹੈ ਜਿਹੜੀ ਵਿੱਚ ਅਸੀਂ ਖੜ੍ਹੇ ਹਾਂ, ਇਹ ਫਸਲ ਬਹੁਤ ਜ਼ਿਆਦਾ ਮਿਹਨਤ ਮੰਗਦੀ ਹੈ। ਇੰਨੀ ਮਿਹਨਤ ਮੰਗਦੀ ਹੈ ਕਿ ਜਦੋਂ ਇਹਨੂੰ ਅਸੀਂ ਮਤਲਬ ਬੀਜ ਲਿਆ ਨਾ, ਉਸ ਤੋਂ ਬਾਅਦ ਜਿੰਨਾ ਟਾਈਮ ਇਹਨੂੰ ਅਸੀਂ, ਜਦੋਂ ਫਸਲ ਇਹ ਆਪਣੀ ਉਤਪਤੀ ਨਹੀਂ ਦੇ ਦਿੰਦੀ, ਉਹਨਾਂ ਟਾਈਮ ਕਿਸਾਨ ਕੋਲ ਇੱਕ ਦਿਨ ਵੀ ਵਿਹਲਾ ਨਹੀਂ ਹੁੰਦਾ। ਔਰ ਕਿਸਾਨ ਕਿਸੇ ਰਿਸ਼ਤੇਦਾਰੀ ਦੇ ਵਿੱਚ ਆਪਣੇ ਬੱਚਿਆਂ ਵਾਸਤੇ, ਬੱਚਿਆਂ ਦੇ ਸਕੂਲ 'ਚ ਕਿਤੇ ਨਹੀਂ ਜਾ ਸਕਦਾ। ਇਹ ਐਸੀ ਫਸਲ ਹੈ ਜਿਹੜੀ ਰੋਜ਼ ਆਵਾਜ਼ਾਂ ਮਾਰਦੀ ਹੈ ਕਿ ਆ ਮੇਰੇ ਵਿੱਚ ਬੈਠ। ਪਹਿਲਾਂ ਛੋਟੀ ਹੁੰਦੀ ਨੂੰ ਗੋਡੀ ਕਰਨਾ ਪੈਂਦਾ, ਕੋਈ ਘਾਹ ਫੂਸ ਤੋਂ ਬਚਾਉਣਾ ਪੈਂਦਾ, ਫਿਰ ਸਪਰੇਆਂ ਕਰਨੀਆਂ ਪੈਂਦੀਆਂ ਨੇ। ਫਿਰ ਕਈ ਵਾਰੀ ਜਦੋਂ ਬੀਜਿਆ ਹੁੰਦਾ ਉਦੋਂ ਮੀਂਹ ਪੈ ਜਾਂਦਾ, ਕਿਉਂਕਿ ਕੁਦਰਤ ਨੇ ਕਿਸਾਨ ਨਾਲ ਹੀ ਖਿਲਵਾੜ ਕਰਨਾ ਹੁੰਦਾ। ਹੋਰ ਤਾਂ ਕੁਦਰਤ ਨੂੰ ਸਾਰੇ, ਜਦੋਂ ਮੀਂਹ ਪੈਂਦਾ ਸਾਰੇ ਬੜੇ ਚਾਅ ਕਰਦੇ ਨੇ। ਚੰਡੀਗੜ੍ਹ ਮੁਹਾਲੀਆਂ ਦੇ ਵਿੱਚ ਤਾਂ ਬੜੇ ਲੋਕ ਕਹਿੰਦੇ ਨੇ ਵੀ ਚਲੋ ਮੀਂਹ ਪੈ ਗਿਆ, ਰੋਮਾਂਟਿਕ ਮੌਸਮ ਹੋ ਗਿਆ। ਜਦੋਂ ਕਿਸਾਨ ਨੇ ਨਰਮਾ ਬੀਜਿਆ ਹੁੰਦਾ, ਉਦੋਂ ਜਦੋਂ ਬੱਦਲ ਆਉਂਦੇ ਆ, ਫਿਰ ਕਿਸਾਨ ਦਾ ਦਿਲ ਜਾਣਦਾ ਵੀ ਉਹ ਕੀ ਉਹ 'ਤੇ ਬੀਤਦੀ ਹੈ। ਆਹ ਸਾਰੇ ਮੈਂ ਅੱਗੇ ਤੁਹਾਨੂੰ ਹੋਰ ਦਿਖਾਵਾਂ, ਮੇਰੇ ਕੱਦ ਤੋਂ ਵੀ ਉੱਪਰ ਬੂਟੇ ਨੇ। ਇਹਨਾਂ ਨੂੰ ਵੇਖ ਕੇ ਤਾਂ ਕਿਸਾਨ ਕਿਹੜਾ ਤਾਂ ਰੂਹ ਖੁਸ਼ ਹੁੰਦੀ ਹੋਣੀ ਹੈ ਕਿਸਾਨ ਦੀ, ਅਤੇ ਹਿੱਕ ਚੌੜੀ ਕਰਕੇ ਲੰਘਦਾ ਹੋਣਾ ਵੀ ਵੇਖੋ ਕਿੱਡੇ ਕੱਦ ਵਾਲਾ ਨਰਮਾ ਹੈ। ਐਡੇ ਐਡੇ ਕੱਦ ਦੀਆਂ ਫਸਲਾਂ ਆਮ ਤੌਰ 'ਤੇ ਦੇਖੀਆਂ ਨਹੀਂ ਜਾਂਦੀਆਂ, ਮਾਲਵੇ 'ਚ ਦੇਖੀਆਂ ਜਾਂਦੀਆਂ। ਪਰ ਮਾੜੀਆਂ ਸਰਕਾਰਾਂ, ਮਾੜੀਆਂ ਕੰਪਨੀਆਂ, ਜਿਨ੍ਹਾਂ ਨੇ ਮਾੜੇ ਪੈਸਟੀਸਾਈਡ ਦਿੱਤੇ, ਉਹਨਾਂ ਦੇ ਨਤੀਜੇ ਵਜੋਂ ਆਹ ਹਾਲ ਹੈ ਕਿਸਾਨਾਂ ਦੀ ਫਸਲ ਦਾ। ਇਹ ਹਾਲ ਹੈ। ਕੋਈ ਵੀ ਇੱਕ ਵੀ ਜਿਹੜਾ ਫਸਲ ਦਾ ਇੱਕ ਵੀ ਟਿੰਡਾ ਜਿਹੜਾ ਉਹ ਐਸਾ ਨਹੀਂ ਹੈ, ਇੱਕ ਵੀ, ਚਾਹੇ 100 ਤੁਹਾਨੂੰ ਮੈਂ ਦਿਖਾ ਦਿਆਂ, ਇੱਕ ਵੀ ਐਸਾ ਨਹੀਂ ਹੈ ਜਿਹਦੇ ਵਿੱਚ ਸੁੰਡੀ ਨੇ ਕਰ ਨਹੀਂ ਕੀਤਾ। ਔਰ ਸਾਰੇ ਇਸ ਇੱਕ ਜੱਟ ਦੀ ਖੇਤ ਦੇ ਵਿੱਚ ਨਹੀਂ, ਸਾਰੇ ਮਾਲਵੇ ਦੇ ਵਿੱਚ ਇੱਕੋ ਸੁੰਡੀ ਨੇ ਐਸਾ ਹਮਲਾ ਕੀਤਾ। ਸਾਡੀਆਂ ਸਰਕਾਰਾਂ ਤੋਂ, ਸਾਡੀਆਂ ਪੈਸਟੀਸਾਈਡ ਕੰਪਨੀਆਂ ਤੋਂ ਇਹ ਵੀ ਨਹੀਂ ਸਾਂਭਿਆ ਗਿਆ ਵੀ ਚਲੋ ਇਹਨੇ ਸਾਂਭ ਲਈਏ ਅਸੀਂ, ਵੀ ਚਲੋ ਇਹਨਾਂ 'ਤੇ ਕੋਈ ਪੈਸਟੀਸਾਈਡ ਇਹਨਾਂ ਨੂੰ ਚੰਗੇ ਭੇਜ ਦਈਏ, ਜਾਂ ਇਹਨਾਂ ਨੂੰ ਸਪਰੇਆਂ ਚੰਗੀਆਂ ਭੇਜਦੇ। ਐਡੇ ਕੱਦ ਨੂੰ, ਜਦੋਂ ਐਡੇ ਕੱਦ ਦਾ ਬੂਟਾ ਜਿਹੜਾ ਅੰਦਰੋਂ ਮਰਿਆ ਪਿਆ ਨਾ, ਐਡੇ ਕੱਦ ਵਾਲਾ ਬੂਟਾ ਫਸਲ ਦਾ ਜਿਹੜਾ ਮਸਾਂ ਪਾਲਿਆ, ਅੰਦਰੋਂ ਮਰਿਆ ਪਿਆ, ਅੰਦਰੋਂ ਖਤਮ ਹੁੰਦਾ, ਤਾਂ ਇੰਝ ਲੱਗਦਾ ਜੱਟ ਨੂੰ ਜਿਵੇਂ ਉਹਦਾ ਪੁੱਤ ਕਿਸੇ ਨਸ਼ੇ ਦੇ ਵਿੱਚ ਆ ਕੇ ਖਤਮ ਹੋ ਗਿਆ ਹੁੰਦਾ। ਇੰਝ ਲੱਗਦਾ ਜੱਟ ਨੂੰ ਜਿਵੇਂ ਉਹਦਾ ਪੁੱਤ ਚਿੱਟੇ ਦਾ ਟੀਕਾ ਲਾ ਕੇ ਮਰ ਗਿਆ ਹੁੰਦਾ। ਇਹ ਚਿੱਟੇ ਦੇ ਟੀਕੇ ਲਾ ਕੇ ਮਰੇ ਹੋਏ ਨਰਮੇ ਨੇ। ਪਰ ਇਹਨਾਂ ਦੇ ਆਪਦੇ ਕਸੂਰ ਨਹੀਂ, ਇਹਨਾਂ ਨੂੰ ਸਰਕਾਰਾਂ ਨੇ, ਮਾੜੀਆਂ ਕੰਪਨੀਆਂ ਨੇ ਕੀਤਾ। ਮੁੱਖ ਮੰਤਰੀ ਸਾਹਿਬ ਆਏ ਸੀ, ਚੰਗੀ ਗੱਲ ਹੈ, ਉਮੀਦ ਵੀ ਹੈ। ਨਰਮੇ ਦੇ ਖੇਤਾਂ ਦੇ ਵਿੱਚ ਵੀ ਨਹੀਂ ਆਉਣ ਦੀ ਉਮੀਦ ਹੁੰਦੀ ਅੱਜ ਕੱਲ੍ਹ ਤਾਂ ਮੁੱਖ ਮੰਤਰੀ ਜੀ, ਕੈਪਟਨ ਸਾਹਿਬ ਨੂੰ ਦੇਖੀਏ ਤਾਂ ਚਲੋ ਆਏ ਹੈ। ਪਰ ਮੁਆਵਜ਼ੇ, ਜਿਵੇਂ ਇੱਕ ਕਿਸਾਨ ਕਹਿ ਰਿਹਾ ਸੀ ਰਾਹ ਵਾਲਿਆਂ ਨੇ ਖਾ ਜਾਣੇ ਆ, ਪਤਾ ਨਹੀਂ ਮੁਆਵਜ਼ੇ ਮਿਲਣੇ ਆ ਕਿ ਨਹੀਂ। ਹੁਣ ਮੈਨੂੰ ਇਹ ਦੱਸੋ ਕਿ ਜਦੋਂ ਜੱਟ ਨੂੰ ਕੋਈ ਕਹਿ ਦਿੰਦਾ, ਜਾਂ ਕਿਸਾਨ ਨੂੰ ਇਹ ਕਹਿ ਦਿੰਦਾ ਕਿ ਤੁਸੀਂ ਬਹੁਤ ਐਸ਼ ਕਰਦੇ ਹੋ ਜੀ, ਤੁਹਾਨੂੰ ਤਾਂ ਕੋਈ ਬਥੇਰੇ ਪੈਸੇ ਆ, ਇਹ ਆ ਉਹ, ਉਹਨੂੰ ਦੱਸੋ ਵੀ ਇੱਥੋਂ ਪੈਸਾ ਆਊਗਾ? ਆਹ ਸਾਰੀ ਫਸਲ ਜਿੰਨੀ, ਪਤਾ ਨਹੀਂ ਹਜ਼ਾਰਾਂ ਏਕੜ ਫਸਲ ਖੜੀ ਹੈ, ਇਹ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਜਿਨ੍ਹਾਂ ਦੇ ਵਿੱਚ ਸੁੰਡੀ ਭਰੀ ਹੋਈ ਹੈ, ਟਿੰਡੇ ਖਿੜਨਗੇ ਔਰ ਇਹਦੇ 'ਚੋਂ ਕਾਟਨ ਨਿਕਲੇਗੀ, ਇਹਦੇ 'ਚੋਂ ਰੂੰ ਨਿਕਲੇਗੀ? ਤੁਹਾਨੂੰ ਲੱਗਦਾ ਕੋਈ ਇੱਕ ਅੱਧਾ ਮਸਾਂ ਸਾਰੇ ਬੂਟਿਆਂ ਦੇ ਵਿੱਚੋਂ ਇੱਕ ਅੱਧਾ ਦੇਖ ਕੇ ਮਸਾਂ ਨਰਮੇ ਦੀ
ਖਿੜਨ ਦੀ ਜਿਹੜੀ ਰੁੱਤ ਚੱਲ ਰਹੀ ਹੈ ਨਾ, ਜਿਹੜਾ ਸਮਾਂ ਚੱਲ ਰਿਹਾ, ਇਹਦੇ ਵਿੱਚ ਨਰਮਾ ਖਿੜ ਜਾਂਦਾ ਔਰ ਫਸਲ ਦੇਣ ਲੱਗ ਜਾਂਦਾ। ਦੇਖੋ ਮਸਾਂ ਕਿਤੇ ਨਾ ਕਿਤੇ ਇੱਕ ਅੱਧਾ ਜਾ ਕੇ ਟਿੰਡਾ ਮਿਲਦਾ ਜਿਹੜਾ ਖਿੜਿਆ ਹੋਇਆ। ਕੀ ਇਹਦੇ ਨਾਲ ਢਿੱਡ ਭਰੂਗਾ? ਕੀ ਇਹਦੇ ਨਾਲ ਬੱਚਿਆਂ ਦੀਆਂ ਫੀਸਾਂ ਭਰਨਗੀਆਂ? ਕੀ ਇਹ ਜਿਹੜੀਆਂ ਚੀਜ਼ਾਂ ਲੈ ਕੇ ਅਸੀਂ ਜਿਹੜੇ ਕਿਸਾਨ ਨੇ ਉਹ ਆੜ੍ਹਤੀਆਂ ਦੇ ਜਿਹੜੇ ਪੈਸੇ ਮੋੜ ਦੇਣਗੇ, ਜਿਹੜਾ ਕਰਜ਼ਾ ਉਹਨਾਂ ਨੇ 6 ਮਹੀਨੇ ਲਿਆ, ਕੀ ਇਹ ਚੀਜ਼ਾਂ ਮਤਲਬ ਮੁੱਲ ਮੋੜਨਗੀਆਂ? ਜਾਂ ਆਪਣੀ ਕਿਸਾਨ ਆਪਦੀ ਘਰ ਵਾਲੀ ਦੀ ਪਾਟੀ ਚੁੰਨੀ ਨੂੰ ਵੇਖ ਕੇ ਰੋਂਦਾ, ਉਹਦਾ ਦਿਲ ਕਰਦਾ ਕਿ ਐਤਕੀ ਪੱਕਾ ਤੈਨੂੰ ਨਵੀਂ ਚੁੰਨੀ ਲੈ ਦੇਣੀ ਹੈ, ਪਰ ਤੇ ਕੀ ਆਹ ਨਵੀਆਂ ਚੁੰਨੀਆਂ ਲੈਣ ਵਾਲੇ ਹੈਗੇ ਨੇ ਹਾਲਾਤ? ਉਹੀ ਚੁੰਨੀ ਨਾਲ ਫਿਰ ਕੱਟਣਾ ਪੈਣਾ, ਉਹੀ ਚੁੰਨੀਆਂ ਪਾਟੀਆਂ ਚੁੰਨੀਆਂ ਮਾਲਵੇ ਦੇ ਵਿੱਚ ਫਿਰ ਰਹਿਣੀਆਂ। ਪਤਾ ਨਹੀਂ ਮਾਲਵੇ ਦੇ ਵਿੱਚ ਐਸੀ ਕੀ ਬਲਾ ਆਈ ਹੈ। ਪਹਿਲਾਂ ਮਾਲਵੇ ਨੂੰ ਦੇ ਲੋਕਾਂ ਨੂੰ ਕੈਂਸਰ ਹੋਇਆ, ਹੁਣ ਧਰਤੀ ਨੂੰ ਕੈਂਸਰ ਹੋਇਆ, ਹੁਣ ਫਸਲਾਂ ਨੂੰ ਕੈਂਸਰ ਹੋਇਆ। ਪਤਾ ਨਹੀਂ ਮਾਲਵੇ ਦੇ ਲੋਕ ਜਿਉਣਗੇ ਕਿਵੇਂ? ਸਾਰੇ ਸਮੁੱਚੇ ਪੰਜਾਬ ਦੇ ਲੋਕ ਜਿਉਣਗੇ ਕਿਵੇਂ? ਪੰਜਾਬ ਦੇ ਕਿਸਾਨ ਜਿਉਣਗੇ ਕਿਵੇਂ? ਕੋਈ ਚੰਗਾ ਮੁੱਖ ਮੰਤਰੀ ਆਪਸ ਦੇ ਵਿੱਚ ਕੋਈ ਹਲੇ ਵੀ ਯਾਰ ਹਲੇ ਵੀ ਅਸੀਂ ਲੀਡਰਾਂ ਦੇ ਪਿੱਛੇ ਤੁਰੇ ਫਿਰਦੇ ਹਾਂ। ਹਜੇ ਵੀ ਜਿਹੜਾ ਕਿਸਾਨੀ ਜਿਹੜੀ ਆ ਜ਼ਮੀਨਾਂ ਖੋਹਣ ਨੂੰ ਫਿਰਦੀ ਹੈ, ਜਿਹੜੀ ਫਸਲ ਜਿਹੜੀ ਸਰਕਾਰ ਹੈ ਉਹਨਾਂ ਦੇ ਨੁਮਾਇੰਦਿਆਂ ਦੇ ਪਿੱਛੇ ਮੋਟਰਸਾਈਕਲ ਲਾ ਕੇ ਤੁਰੇ ਫਿਰਦੇ ਹਾਂ, ਤਾਂ ਫਿਰ ਕਿਤੇ ਨਾ ਕਿਤੇ ਕਸੂਰ ਸਾਡਾ ਵੀ ਹੈ। ਸਾਰਾ ਝਾਤ ਮਾਰ ਲਓ, ਪਤਾ ਨਹੀਂ ਹਜ਼ਾਰਾਂ ਏਕੜ ਤੱਕ ਜਿਹੜੀ ਇਹ ਜ਼ਮੀਨ ਪਈ ਹੈ, ਔਰ ਹਜ਼ਾਰਾਂ ਏਕੜ ਦੀ ਇੱਕ ਟਿੰਡੇ ਦੇ ਵਿੱਚ ਸੁੰਡੀ ਹੈ। ਇੱਕ ਟਿੰਡੇ ਦੇ ਵਿੱਚ ਬੈਠੀ ਸੁੰਡੀ ਕਿਸਾਨ ਦੀ ਕਿਸਮਤ ਨਾਲ ਹਾਸਾ ਮਖੌਲ ਕਰ ਰਹੀ ਹੈ। ਉਹਨੂੰ ਨਹੀਂ ਪਤਾ ਕਿ ਕਿਸਾਨ ਨੇ ਬੱਚੇ ਪਾਲਣੇ ਨੇ, ਉਹਨੂੰ ਨਹੀਂ ਪਤਾ ਕਿ ਇਹਦਾ ਸੁਪਨਾ ਸਿਰਫ ਇਸੇ ਟਿੰਡੇ ਦੇ ਵਿੱਚ ਹੈ ਜਿੱਥੇ ਮੈਂ ਘਰ ਕਰ ਲਿਆ। ਉਹਨੂੰ ਸ਼ਾਇਦ ਨਹੀਂ ਪਤਾ ਕਿ ਕਿਸਾਨ ਦੇ ਸਧਰਾਂ ਸੁਪਨੇ ਕਿਹੋ ਜਿਹੇ ਹੁੰਦੇ ਨੇ। ਪਰ ਜਦੋਂ ਸੁੰਡੀ ਲਈ ਰਸਤੇ ਬਣਨਗੇ ਤਾਂ ਸੁੰਡੀ ਤਾਂ ਆਵੇਗੀ ਹੀ, ਕਿਉਂਕਿ ਰਸਤੇ ਬਣਾਉਣ ਵਾਲੇ ਬੜੇ ਜ਼ਾਲਮ ਨੇ, ਮਾੜੀਆਂ ਕੰਪਨੀਆਂ ਨੇ। ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਅਸੀਂ ਇੱਧਰ ਕਵਰ ਕਰਨ ਆਏ ਹਾਂ, ਅਤੇ ਸਾਡੇ ਨਾਲ ਇੱਕ ਇੰਟਰਟੇਨਮੈਂਟ, ਸਾਡੇ ਚੈਨਲ ਦੀ ਇੰਟਰਟੇਨਮੈਂਟ ਐਂਕਰ ਦੀ ਲੜਕੀ ਹੈ, ਜਿਹਨੂੰ ਫਸਲਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ ਕਿਉਂਕਿ ਉਹ ਹੋਰ ਕੁਝ ਕਵਰ ਕਰਦੀ ਹੈ। ਤਾਂ ਉਹਨੂੰ ਵੀ ਜਦੋਂ ਦਿਖਾਇਆ ਤਾਂ ਉਹ ਕਹਿੰਦੀ ਹੈ ਕਿ ਇਹ ਕਾਟਨ ਹੈ, ਇਹ ਫਸਲ ਹੁੰਦੀ ਹੈ ਕਾਟਨ। ਅਤੇ ਜਦੋਂ ਉਹਨੂੰ ਖੋਲ੍ਹ ਕੇ ਦਿਖਾਇਆ ਤਾਂ ਉਹਦਾ ਰੋਣਾ ਨਿਕਲ ਗਿਆ। ਕਹਿੰਦੀ ਮਤਲਬ ਇੰਨਾ ਬੁਰਾ ਹਾਲ ਹੈ ਕਿਸਾਨੀ ਦਾ, ਇੰਨਾ ਬੁਰਾ ਹਾਲ ਹੈ ਇਹ ਜੱਟਾਂ ਦਾ। ਔਰ ਸਾਡੇ ਜਿਹੜੇ ਲੋਕ ਉੱਥੇ ਪਹਿਲੀ ਗੱਲ ਤਾਂ 1 ਸਾਲ ਤੋਂ ਤਾਂ ਉੱਥੇ ਬੈਠੇ ਨੇ ਬਾਰਡਰਾਂ 'ਤੇ, ਉਹਨਾਂ ਨੂੰ ਇੱਥੋਂ ਹੀ ਉਮੀਦ ਹੈ ਕਿ ਚਲੋ ਸਾਡੇ ਖੇਤਾਂ ਦੇ ਵਿੱਚ ਕੁਦਰਤ ਦੀ ਦਿੱਤੀ ਹੋਈ ਫਸਲ ਝਲਕ ਰਹੀ ਹੈ, ਕੁਦਰਤ ਦੀ ਦਿੱਤੀ ਹੋਈ ਫਸਲ ਦੇ ਵਿੱਚੋਂ ਸਾਨੂੰ ਕੁਛ ਬਣ ਜਾਏਗਾ। ਕੰਮ ਕਾਰ ਛੱਡ ਕੇ ਉੱਥੇ ਬੈਠੇ ਨੇ। ਇੱਥੋਂ ਧਰਤੀ ਜਿਹੜੀ ਜ਼ਮੀਨ ਹੈ ਜਿਹਨੂੰ ਬਚਾਉਣ ਗਏ ਨੇ, ਉਹ ਜ਼ਮੀਨ ਵੀ ਧੋਖਾ ਦੇਣ ਲੱਗ ਗਈ। ਉਹ ਜ਼ਮੀਨ ਨੂੰ ਦੇ ਜਿਨ੍ਹਾਂ ਦੇ ਸਿਰ 'ਤੇ ਚਲਾਉਣੀ ਆ ਉਹ ਕੰਪਨੀਆਂ ਵੀ ਧੋਖਾ ਦੇਣ ਲੱਗ ਗਈਆਂ। ਜ਼ਾਲਮ ਸਰਕਾਰ ਹਰ ਤਰੀਕੇ ਦੇ ਨਾਲ ਇੱਥੇ ਆਉਂਦੇ ਨੇ। ਤੁਹਾਨੂੰ ਦਿਖਾ ਦਿੱਤਾ ਨਾਲ ਝੋਨੇ ਦੀ ਫਸਲ ਜ਼ਰੂਰ ਹੈਗੀ ਹੈ, ਪਰ ਇਸ ਇਲਾਕੇ ਦੇ ਵਿੱਚ ਝੋਨੇ ਦੀ ਫਸਲ ਦੇਖਣ ਨੂੰ ਬਹੁਤ ਘੱਟ ਮਿਲਦੀ ਹੈ। ਨਹੀਂ ਤਾਂ ਤੁਸੀਂ ਲੰਬੀ ਝਾਤੀ ਮਾਰੋਗੇ ਤਾਂ ਚਾਰੇ ਪਾਸੇ ਨਰਮਾ ਹੀ ਨਰਮਾ ਦਿਖਦਾ, ਅਤੇ ਇਹ ਨਰਮਾ ਸਾਰਾ ਖਤਮ ਹੈ। ਦੱਸੋ ਕਿਸਾਨ ਯਾਰ, ਇੰਨੇ 6 ਮਹੀਨੇ ਹੋ ਗਏ ਫਸਲ ਲੱਗੀ ਨੂੰ, 6 ਮਹੀਨੇ ਹੋਣ ਵਾਲੇ ਨੇ। 6 ਮਹੀਨੇ ਨੂੰ ਪਾਲਿਆ ਪੂਰਾ ਵਧੀਆ, ਮਤਲਬ ਹਰ ਰੋਜ਼ ਆਏ। ਉਹ 6 ਮਹੀਨਿਆਂ ਦੀ ਜੇ ਸਰਕਾਰ ਮੁਆਵਜ਼ਾ ਦੇ ਵੀ ਦੇਊਗੀ ਤਾਂ 6 ਮਹੀਨਿਆਂ ਦਾ ਕੀ ਮੁਆਵਜ਼ਾ ਦੇ ਦੂਗੀ? ਇਹੋ ਜਿਹੀ ਸਰਕਾਰ ਹੈਗੀ ਹੈ? ਇਹ ਕੋਈ ਫਿਨਲੈਂਡ ਪੋਲੈਂਡ ਤਾਂ ਹੈ ਨਹੀਂ ਕਿ ਇੱਕ ਦਿਨ ਦੀ ਕਮਾਈ ਦਾ ਦੇ ਦੇਣਗੇ। ਦੱਸੋ ਇਹ ਕਿਹਦਾ ਕਸੂਰ ਹੈ? ਜੇ ਕੁਛ ਹੁੰਦਾ, ਜੇ ਪਹਿਲਾਂ ਹੀ ਧਿਆਨ ਦਿੱਤਾ ਜਾਂਦਾ ਜਿਹਦੇ ਕਰਕੇ ਇਹ ਹੋਇਆ ਤਾਂ ਕਿੰਨਾ ਵਧੀਆ ਹੁੰਦਾ। ਬੀਜ ਮਾੜੇ ਆਏ, ਇਨਸੈਕਟੀਸਾਈਡ ਪੈਸਟੀਸਾਈਡ ਮਾੜੇ ਆਏ, ਰੇਹਾਂ ਸਪਰੇਆਂ ਮਾੜੀਆਂ ਆਈਆਂ। ਦੱਸੋ ਮੁੱਲ ਮੁੜ ਜਾਏਗਾ ਕਿਸਾਨ ਦੀ ਮਿਹਨਤ ਦਾ? ਇਹਦੇ ਵਿੱਚ ਹੁਣ ਇੱਕ ਵਾਰੀ ਨਜ਼ਰ ਮਾਰ ਕੇ ਦੇਖੋ ਵੀ ਇਹਦੇ ਵਿੱਚ ਜਿਹੜਾ ਇੱਦਾਂ ਦਾ ਕੱਦ ਹੋਇਆ ਨਾ, ਇਹਦੇ ਵਿੱਚ ਜਿਹੜਾ ਇਸ ਖੇਤ ਦਾ ਮਾਲਕ ਹੈ, ਉਹਨੇ ਪਤਾ ਨਹੀਂ ਆਪਣੇ ਬੱਚਿਆਂ ਦੇ ਕਿੰਨੇ ਕੁ ਸਧਰਾਂ ਸੁਪਨੇ ਰੋਲੇ ਹੋਣੇ। ਕਿੰਨੇ ਵਾਰੀ ਉਹਦਾ ਬੱਚਾ ਰੋਇਆ ਹੋਣਾ ਵੀ ਪਾਪਾ ਮੈਨੂੰ ਕਿਤੇ ਲੈ ਕੇ ਜਾਣਾ, ਮੈਂ ਸ਼ਹਿਰ ਜਾਣਾ। ਕਿੰਨੇ ਵਾਰੀ ਉਹਦੀ ਮਾਂ ਬਿਮਾਰ ਪਈ ਰਹੀ ਹੋਣੀ ਹੈ ਵੀ ਪੁੱਤ ਮੈਂ ਜਾਣਾ, ਅਤੇ ਉਹ ਕਹਿੰਦਾ ਹੋਣਾ ਨਹੀਂ ਨਹੀਂ ਅੱਜ ਨਰਮੇ 'ਤੇ ਸਪਰੇਅ ਕਰਨੀ ਹੈ, ਅੱਜ ਨਰਮੇ ਦੀ ਗੋਡੀ ਕਰਨੀ ਹੈ। ਸ਼ੁਰੂਆਤ ਤੋਂ ਲੈ ਕੇ 6 ਮਹੀਨਿਆਂ ਤੱਕ ਪਾਲਿਆ, ਅਤੇ ਪਰ ਇਹਦੇ ਵਾਸਤੇ ਕਿ ਜਿਹੜੀ ਚੀਜ਼ ਲੈਣੀ ਸੀ, ਜਿਹੜੀ ਕਾਟਨ ਲੈਣੀ ਸੀ, ਜਿਹੜੀ ਫਸਲ ਲੈਣੀ ਸੀ, ਉਹ ਕਿਤੇ 1000 ਬੂਟੇ ਤੋਂ ਬਾਅਦ ਇੱਕ ਬੂਟੇ 'ਤੇ ਦਿਖਦੀ ਹੈ। ਇਹ ਜਿਹੜੀ ਰੁੱਤ ਹੈ ਨਾ, ਇਸ ਰੁੱਤ ਦੇ ਵਿੱਚ ਨਰਮੇ ਚਿੱਟੇ ਚਿੱਟੇ ਦਿਖਦੇ ਨੇ। ਚਲੋ ਅੱਜ ਤੋਂ 10 ਦਿਨਾਂ ਬਾਅਦ ਦਿਖਦੇ ਨੇ ਕਹਿ ਲਓ, ਪਰ ਇਹ ਦਿਖਣਗੇ, ਸੁੰਡੀ ਦਿਖੇਗੀ। ਸਪਰੇਅ ਕਰਨ ਦਾ ਵੀ ਨਹੀਂ ਦਿਲ ਕਰਦਾ ਕਿਸਾਨ ਦਾ। ਅਸੀਂ ਲੋਕਾਂ ਨਾਲ ਗੱਲ ਕੀਤੀ, ਕਹਿੰਦੇ ਸਾਡਾ ਸਪਰੇਅ ਕਰਨ ਦਾ ਵੀ ਨਹੀਂ ਦਿਲ ਕਰਦਾ। ਯਾਰ ਕੀ ਕਰ ਲਾਂਗੇ ਸਪਰੇਅ ਕਰਦਾ? ਖੇਤ 'ਚ ਵੜਨ ਦਾ ਦਿਲ ਨਹੀਂ ਕਰਦਾ, ਮੂੰਹ ਪਾਸੇ ਕਰਕੇ ਲੰਘ ਜਾਂਦੇ ਨੇ। ਆਪਦੀ ਜਿਹੜੀ ਚੀਜ਼ ਨੂੰ ਵੇਖ ਕੇ ਉਹਨਾਂ ਦਾ ਜੀਅ ਲੱਗਦਾ ਉਹਨੂੰ ਪਾਸੇ ਕਰਕੇ ਮੂੰਹ ਲੰਘ ਜਾਂਦੇ ਨੇ।
ਸੱਥਾਂ 'ਚ ਬੈਠੇ ਇੱਕ ਦੂਜੇ ਦਾ ਹੌਸਲਾ ਬਣੀ ਜਾਂਦੇ ਨੇ। ਔਰ ਕੁਝ ਲੋਕ ਚਲੋ ਅੱਧੇ ਪਰਿਵਾਰ, ਪਰ ਜਿਹੜੇ ਦੇਖੋ ਹਜੇ ਵੀ ਅੱਧੇ ਪਰਿਵਾਰ ਉੱਥੇ ਧਰਨੇ ਤੇ ਬੈਠੇ ਨੇ। ਅੱਧਾ ਪਰਿਵਾਰ ਆ ਖੇਤ ਦੇ ਵਿੱਚ, ਤਬਾਹੀ ਹੋ ਗਈ, ਮਤਲਬ ਕਹਿ ਲਓ ਵੀ ਮੌਤ ਦਾ ਮੰਜ਼ਰ ਦਿਖ ਰਿਹਾ ਖੇਤ ਦੇ ਵਿੱਚ, ਪਰ ਫਿਰ ਵੀ ਅੱਧੇ ਪਰਿਵਾਰ ਡਟੇ ਉੱਥੇ ਧਰਨੇ ਤੇ ਬੈਠੇ ਨੇ। ਜੇਰੇ ਹੈ ਪੰਜਾਬੀਆਂ ਦੇ। ਪਰ ਜਿਹੜੇ ਤੁਸੀਂ ਕਹਿੰਦੇ ਹੋ ਨਾ ਕਿ ਕਿਸਾਨਾਂ ਕੋਲੇ ਬਹੁਤ ਕੁਛ ਹੈ, ਕਿਸਾਨ ਨਖਰੇ ਕਰਦਾ ਹੈ, ਖੇਤ ਦੇ ਵਿੱਚ ਤਾਂ ਬੜਾ ਕੁਛ ਹੋ ਜਾਂਦਾ ਹੈ, ਆਹ ਕੁਛ ਹੁੰਦਾ ਹੈ। ਕਈ ਵਾਰ ਨਰਮੇ ਦੀ ਫਸਲ ਪਹਿਲੀ ਵਾਰ ਤਬਾਹ ਨਹੀਂ ਹੋਈ। ਐਡੀ ਵੱਡੀ ਖੜੀ ਹੋਈ ਫਸਲ ਦੇ ਉੱਤੇ ਮੀਂਹ ਪੈ ਜਾਂਦਾ, ਸਾਰੇ ਬੂਟੇ ਡਿੱਗ ਪੈਂਦੇ ਨੇ। ਝੋਨੇ ਦੀ ਫਸਲ ਪੱਕੀ ਦੇ ਉੱਤੇ ਮੀਂਹ ਪੈ ਜਾਂਦਾ। ਪਹਿਲਾਂ ਝੋਨੇ ਨੂੰ ਮੀਂਹ ਦੀ ਲੋੜ ਹੁੰਦੀ ਹੈ, ਉਦੋਂ ਆਉਂਦਾ ਨਹੀਂ, ਅਤੇ ਜਦੋਂ ਪੱਕ ਜਾਂਦਾ ਉਦੋਂ ਮੀਂਹ ਪੈ ਜਾਂਦਾ। ਪਹਿਲਾਂ ਲੋਕ ਜਨਰੇਟਰ ਚਲਾ ਕੇ, ਟਰੈਕਟਰ ਲਾ ਕੇ, ਤੇਲ ਮਸਾਂ ਪੂਰਾ ਕਰਕੇ ਮੀਂਹ ਪਾਉਂਦੇ, ਝੋਨੇ ਨੂੰ ਪਾਲਦੇ ਨੇ, ਅਤੇ ਜਦੋਂ ਪੱਕ ਜਾਂਦੀ ਹੈ ਉਦੋਂ ਮੀਂਹ ਪੈ ਜਾਂਦਾ। ਕੁਦਰਤ ਦੇ ਜਿਹੜੇ ਖਿਲਵਾੜ ਨੇ, ਚਲੋ ਕੁਦਰਤ ਨਾਲ ਅਸੀਂ ਵੀ ਖਿਲਵਾੜ ਕੀਤਾ, ਪਰ ਕੁਦਰਤ ਕਿਸਾਨਾਂ ਨਾਲ ਜ਼ਰੂਰ ਖਿਲਵਾੜ ਕਰਦੀ ਹੈ। ਇਹ ਹਰ ਜਗ੍ਹਾ 'ਤੇ ਕਿਸਾਨ ਨੂੰ ਭੁਗਤਣਾ ਪੈਂਦਾ। ਕਹਿਣ ਵਾਲਿਓ ਜ਼ਰਾ ਥੱਲੇ ਜਾ ਵੜਿਆ ਕਰੋ, ਡੀਪਲੀ ਜਾ ਵੜਿਆ ਕਰੋ, ਇਹਨਾਂ ਖੇਤਾਂ ਜਾ ਕੇ ਵੜ ਕੇ ਦੇਖੋ ਪਹਿਲਾਂ, ਫਿਰ ਪਤਾ ਲੱਗੇਗਾ ਕਿ ਅਸਲ 'ਚ ਕਮਾਈ ਹੁੰਦੀ ਕਿੱਦਾਂ, ਅਸਲ 'ਚ ਕਿਸਾਨ ਦੇ ਉੱਤੇ ਜਿਹੜੀਆਂ ਵਿਪਤਾਵਾਂ ਮੁਸੀਬਤਾਵਾਂ ਆਉਂਦੀਆਂ ਨੇ ਉਹ ਆਉਂਦੀਆਂ ਕਿੱਦਾਂ ਨੇ। ਉਮੀਦ ਹੈ ਕਿ ਕਿਸਾਨਾਂ ਨੂੰ ਮਿਹਣੇ ਮਾਰਨ ਵਾਲੇ ਕੁਛ ਇਸ ਵੀਡੀਓ ਤੋਂ ਜ਼ਰੂਰ ਸਿੱਖਣਗੇ। ਬੜਾ ਦੁੱਖ ਹੁੰਦਾ ਹੈ, ਆਪ ਵੀ ਕਿਸਾਨ ਦੇ ਪੁੱਤਰ ਹੈ। ਸਾਡੇ ਇਲਾਕੇ ਦੇ ਵਿੱਚ ਚਲੋ ਖੈਰ ਝੋਨਾ ਹੁੰਦਾ, ਨਰਮਾ ਨਹੀਂ ਹੁੰਦਾ, ਪਰ ਫਿਰ ਵੀ ਇਹ ਵੀ ਸਾਡੇ ਆਪਣੇ ਨੇ। ਔਰ ਇੰਨੀ ਫਸਲ ਤਬਾਹ ਹੋ ਜਾਣੀ ਪੁੱਤ ਦੇ ਮਰਨ ਤੋਂ ਵੱਧ ਹੁੰਦਾ, ਪੁੱਤ ਦੇ ਨਸ਼ੇ 'ਤੇ ਲੱਗ ਜਾਣ ਤੋਂ ਵੱਧ ਹੁੰਦਾ ਹੈ। ਬੂਟਾ ਜਿਵੇਂ ਉਹਨਾਂ ਨੂੰ ਇੱਦਾਂ ਲੱਗਦਾ ਕਿ ਮੇਰਾ ਪੁੱਤ ਜਿਵੇਂ ਚਿੱਟੇ ਦਾ ਟੀਕਾ ਲਾ ਕੇ ਬਿਮਾਰ ਹੋ ਗਿਆ ਹੋਵੇ, ਹੈਂਗ ਹੋ ਗਿਆ ਹੋਵੇ, ਇੱਦਾਂ ਵੇਖ ਕੇ ਉਹਨਾਂ ਨੂੰ ਲੱਗਦਾ ਹੋਣਾ। ਸੋ ਉਮੀਦ ਹੈ ਸਰਕਾਰਾਂ ਤੋਂ, ਨਵੇਂ CM ਤੋਂ ਵੀ ਉਮੀਦ ਹੈ, ਆਉਣ ਵਾਲੀ ਸਰਕਾਰ ਜਿਹੜੀ ਹੋਊਗੀ ਉਹ ਤੋਂ ਵੀ ਉਮੀਦ ਹੋਏਗੀ ਕਿ ਘੱਟੋ ਘੱਟ ਕਿਸਾਨਾਂ ਦੇ ਨਾਲ ਤਾਂ ਤੁਸੀਂ ਜ਼ਰੂਰ ਖੜੋਗੇ। ਧੰਨਵਾਦ।